अस्सलाम वालेकुम डियर स्टूडेंट्स। मैं डॉक्टर हाफिज रफीक ਤੇ ਮੈਂ ਤੁਹਾਨੂੰ ਲਿਸਨ ਟੂ ਪੰਜਾਬੀ ਐਂਡ ਸਪੀਕ ਇੰਗਲਿਸ਼ ਦੇ ਇੱਕ ਨਏ ਲੈਕਚਰ ਦੇ ਨਾਲ ਵਰਚੁਅਲ ਲਿੰਕ ਤੇ ਖੁਸ਼ਾਮਦੀਦ ਕਹਿਣਾ ਹੈ। ਵੈਲਕਮ ਬੈਕ ਡੀਅਰ ਸਟੂਡੈਂਟਸ ਤੇ ਆਓ ਅੱਜ ਦਾ ਲੈਕਚਰ ਸ਼ੁਰੂ ਕਰਨੇ ਆ। ਲਿਸਨ ਟੂ ਪੰਜਾਬੀ ਐਂਡ ਸਪੀਕ ਇੰਗਲਿਸ਼ ਯਾਨੀ ਪੰਜਾਬੀ ਸੁਣੋ ਤੇ ਅੰਗਰੇਜ਼ੀ ਬੋਲੋ ਸੀਰੀਜ਼ ਵਿੱਚ ਅੱਜ ਅਸੀਂ ਲੈਕਚਰ ਨੰਬਰ 41 यानी सबक नंबर 41 ਦਾ ਆਗਾਜ਼ ਕਰ ਰਹੇ ਹਾਂ ਤੇ ਅੱਜ ਅਸੀਂ ਕੀ ਪੜਾਂਗੇ ਦਾ ਯੂਜ਼ ਆਫ ਆਰ ਯਾਨੀ ARER ਦਾ ਇਸਤੇਮਾਲ ਹੈ ਜਾਂ ਹੈਨ ਤੇ ਅਸੀਂ ਸਭ ਤੋਂ ਪਹਿਲੇ ਪੋਜ਼ਿਟਿਵ ਸੈਂਟੈਂਸਸ ਦੇ ਬਾਰੇ ਪੜਾਂਗੇ ਕਿ ਜਿਹਦੇ ਵਿੱਚ ਨਾ ਦਾ ਜ਼ਿਕਰ ਨਾ ਹੋਵੇ ਤੇ ਪਹਿਲੇ ਅਸੀਂ ਮਾਡਲ ਸੈਂਟੈਂਸ ਦੇਖਨੇ ਆ ਜਿਹਨੂੰ ਮੈਂ ਫਾਰਮੂਲਾ ਨੰਬਰ 41 ਦਾ ਨਾਂ ਦਿੱਤਾ ਹੈ ਤੇ ਅਸੀਂ ਇਹਦੇ ਵਿੱਚ ਇਹ ਵਾਲੇ ਵਰਡਸ ਜਾਂ ਇਹ ਵਾਲੇ ਸ਼ਬਦ ਜਾਂ ਇਹ ਵਾਲੇ ਅਲਫਾਜ਼ ਅਸੀਂ ਇਸਤੇਮਾਲ ਕਰਾਂਗੇ these those we you they plural names यानी एक तो ज्यादा किसी चीज का नाम होवे जगह का नाम होवे बंदे का नाम होवे ते फिर अगे माई पेरेंट्स जिस तरह है कि ताल्लुक वाला लफ्ज या रिश्ते वाला कोई लफ्ज होवे ते फिर उन्होंने ਅਸੀਂ इस्तेमाल करांगे ते सब ना पहले ਅਸੀਂ फार्मूला देखने के फार्मूला नंबर 41 की है कि सब तो पहले ਅਸੀਂ ਇਹਨਾਂ ਚੋਂ ਕੋਈ ਵੀ ਲਫ਼ਜ਼ ਇਸਤੇਮਾਲ ਕਰਾਂਗੇ ਜਿਸ ਤਰ੍ਹਾਂ ਕਿ ਮੈਂ ਦੇ ਲਿਖਿਆ ਹੈ ਫਿਰ ਅੱਗੇ ਕੀ ਆਏਗਾ ਆਰ ਤੇ ਫਿਰ ਅੱਗੇ ਕੀ ਹੈ ਡਾਕਟਰਸ ਤੇ ਜਦੋਂ ਵੀ ਆਰ ਆਏਗਾ ਅੱਗੇ ਇੱਥੇ ਪਲੋਰਲ ਆਏਗਾ ਯਾਨੀ ਜਮਾ ਵਾਲਾ ਵਰਡ ਆਏਗਾ ਤੇ ਦੇ ਆਰ ਡਾਕਟਰਸ ਕਿ ਉਹ ਡਾਕਟਰ ਹਨ ਯਾਨੀ ਉਹ ਡਾਕਟਰ ਹਨ ਜਾਂ ਉਹ ਡਾਕਟਰ ਨੇ ਠੀਕ ਹੈ ਨਾ ਤੇ ਅਸੀਂ ਹੁਣ ਕੀ ਕਰਾਂਗੇ ਕਿ ਐਸੇ ਹੀ ਪੈਟਰਨ ਤੇ ਐਸੇ ਹੀ ਤਰਜ਼ ਤੇ ਐਸੇ ਹੀ ਸਾਂਚੇ ਤੇ ਅਸੀਂ ਹੋਰ ਲਫ਼ਜ਼ ਪੜ੍ਹਨੇ ਆ पहले यह वाला सी these are toys कि ਇਹ ਖਿਡੌਣੇ ਨੇ ਅੱਗੇ ਜਾਂ ਖਿਡੌਣੇ ਹਨ ਵੀ ਬਾਜ਼ ਜਗ੍ਹਾ ਤੇ ਕਹਿੰਦੇ ਨੇ ਫਿਰ ਅੱਗੇ those are crabs ਕਿ ਉਹ ਕੇਕੜੇ ਨੇ ਤੇ these are toys those are crabs ਤੇ ਅਸੀਂ ਇਹ ਸਾਰੇ ਜਿਹੜੇ ਲਫ਼ਜ਼ ਇੱਥੇ ਲਿਖੇ ਨੇ ਇਹਨਾਂ ਨੂੰ ਅਸੀਂ ਇਸਤੇਮਾਲ ਕਰਨੇ ਆ ਇਸ ਪੈਟਰਨ ਉੱਤੇ ਇਸ ਫਾਰਮੂਲੇ ਤੇ ਇਸ ਸਾਂਚੇ ਉੱਤੇ ਤੇ ਜ਼ਰਾ ਅੱਗੇ ਵਧਨੇ ਤੇ ਨੈਕਸਟ ਜਿਹੜਾ ਸੈਂਟੈਂਸ ਜਾਂ ਜੁਮਲਾ ਹੈ ਉਹ ਅਸੀਂ ਦੇਖਨੇ ਆ ਉਹ ਹੈ ਕਿ we are still young still ਦਾ ਮਤਲਬ ਹੁੰਦਾ ਅਜੇ ਯਾਨੀ ਹੁਣ ਤੱਕ young ਦਾ ਮਤਲਬ ਹੁੰਦਾ ਜਵਾਨ ਗੱਭਰੂ we are still young ਕਿ ਅਸੀਂ ਅਜੇ ਤੱਕ ਜਵਾਨ ਆ we are still young ਕਿ ਅਸੀਂ ਅਜੇ ਤੱਕ ਜਵਾਨ ਆ ਅੱਗੇ ਕਿ ਯੂ ਆਰ ਰੀਅਲੀ ਬੋਲਡ ਕਹਿੰਦੇ ਨੇ ਬਹਾਦਰ ਨੂੰ ਨਿਡਰ ਨੂੰ ਤੇ ਰੀਅਲੀ ਦਾ ਮਤਲਬ ਹੈ ਹਕੀਕਤ ਵਿੱਚ ਅਸਲ ਵਿੱਚ ਯੂ ਆਰ ਰੀਅਲੀ ਬੋਲਡ ਕਿ ਤੁਸੀਂ ਜਾਂ ਤੂੰ ਹਕੀਕਤ ਦੇ ਵਿੱਚ ਨਿਡਰ ਹੈ ਜਾਂ ਬਹਾਦਰ ਹੈ ਫਿਰ ਪੜ੍ਹਨਾ ਮੈਨੂੰ ਵੀ ਆਰ ਸਟਿਲ ਯੰਗ ਯੂ ਆਰ ਰੀਅਲੀ ਬੋਲਡ ਯਾਨੀ ਰੀਅਲੀ ਮਤਲਬ ਹਕੀਕਤ ਦੇ ਵਿੱਚ ਅਸਲ ਦੇ ਵਿੱਚ ਤੇ ਸਟਿਲ ਦਾ ਮਤਲਬ ਹੈ ਅਜੇ ਤੱਕ ਇਹ ਤੁਸੀਂ ਲਫ਼ਜ਼ ਨਵੇਂ ਜਿਹੜੇ ਨੇ ਨਾ ਇਹਨਾਂ ਨੂੰ ਨਾ ਯਾਦ ਕਰ ਲੈਣਾ ਅੱਗੇ ਵਧਨੇ ਅਸੀਂ ਤੇ ਹੁਣ ਤੁਸੀਂ ਦੇਖੋ ਕਿ ਅੱਗੇ ਕੀ ਹੈ ਕਿ we are ready ready ਦਾ ਮਤਲਬ ਹੁੰਦਾ ਤਿਆਰ we are ready ਕਿ ਅਸੀਂ ਤਿਆਰ ਹਾਂ ਤੇ ਅਗਰ ਇੰਗਲਿਸ਼ ਚ ਕਹਿਣਾ ਹੋਵੇ ਕਿ ਅਸੀਂ ਤਿਆਰ ਹਾਂ ਤੇ ਅਸੀਂ ਇਸ ਤਰ੍ਹਾਂ ਬੋਲਾਂਗੇ we are ready ਅੱਗੇ ਦੇਖੋ the shops are closed ਕਿ ਦੁਕਾਨਾਂ ਬੰਦ ਨੇ ਜਾਂ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਤੇ ਅਸੀਂ ਪੜਾਂਗੇ ਇਹਨੂੰ ਕਿਸ ਤਰ੍ਹਾਂ the shops are closed ਕਿ ਦੁਕਾਨਾਂ ਬੰਦ ਨੇ ਅੱਗੇ ਮਾਈ ਪੇਰੈਂਟਸ ਆਰ ਨੋਬਲ ਕਹਿੰਦੇ ਨੇ ਸ਼ਰੀਫ ਨੂੰ ਮਾਈ ਪੇਰੈਂਟਸ ਦਾ ਮਤਲਬ ਹੈ ਮੇਰੇ ਮਾਂ ਪਿਓ ਮੇਰੇ ਵਾਲਿदैन ਤੇ ਜਾਂ ਮੇਰੇ ਮਾਂ-ਬਾਪ ਉਹ ਕੀ ਨੇ ਸ਼ਰੀਫ ਨੇ ਮਾਈ ਪੇਰੈਂਟਸ ਆਰ ਨੋਬਲ ਮੇਰੇ ਮਾਂ-ਬਾਪ ਸ਼ਰੀਫ ਨੇ ਅੱਗੇ ਅਸੀਂ ਦੇਖਨੇ ਆ ਵੀ ਆਰ ਪਾਕਿਸਤਾਨੀ ਕਿ ਅਸੀਂ ਪਾਕਿਸਤਾਨੀ ਆ ਤੇ ਕੋਈ ਵੀ ਅਗਰ ਅਸੀਂ ਕੌਮੀਅਤ ਲਾਣੀ ਹੋਵੇ ਜਿਸ ਵੀ ਮੁਲਕ ਦਾ ਰਹਿੰਦਾ ਹੋਵੇ ਉਹਦਾ ਨਾਂ ਅਸੀਂ ਜਿਹੜਾ ਨਾ ਇੱਥੇ ਲਿਖ ਸਕਦੇ ਹਾਂ ਜੈਸੇ ਪਾਕਿਸਤਾਨੀ ਹੋ ਗਿਆ ਸਾਊਦੀ ਹੋ ਗਿਆ ਈਰਾਨੀ ਹੋ ਗਿਆ ਉਹ ਅਸੀਂ ਇੱਥੇ ਬੋਲ ਸਕਦੇ ਹਾਂ ਤੇ ਇਹ ਅਸੀਂ ਇੱਕ ਮਿਸਾਲ ਦੇ ਤੌਰ ਤੇ ਪੜ੍ਹਨੇ ਪਏ ਅੱਗੇ ਅਸੀਂ ਇਹਨੂੰ ਵਧਾ ਲਵਾਂਗੇ ਅੱਗੇ ਜਾ ਕੇ ਮੈਂ ਦੁਬਾਰਾ ਪੜ੍ਹਨਾ ਤੁਹਾਡੇ ਵਾਸਤੇ we are ready the shops are closed my parents are noble we are pakistanis next ਯਾਨੀ ਅੱਗੇ ਅਸੀਂ ਵੇਖਨੇ ਆ ਤੇ ਅੱਗੇ ਕੀ ਹੈ ਅਸੀਂ ਇਹ ਜਿਹੜੇ ਅਲਫਾਜ਼ ਲਿਖੇ ਨੇ ਇਹ ਜਿਹੜੇ ਸ਼ਬਦ ਲਿਖੇ ਨੇ ਅਸੀਂ ਇਹਨਾਂ ਦਾ ਇਸਤੇਮਾਲ ਕਰ ਰਹੇ ਹਾਂ ਜਿਸ ਤਰ੍ਹਾਂ ਹਰ ਸਿਸਟਰਸ ਆਰ ਇੰਟੈਲੀਜੈਂਟ ਕਹਿੰਦੇ ਨੇ ਜ਼ਹੀਨ ਨੂੰ ਜਿਹੜਾ ਜ਼ਿਹਨੀ ਤੌਰ ਤੇ ਬਹੁਤ ਹੀ ਅੱਛਾ ਹੋਵੇ ਤੇ ਅਸੀਂ ਕਹਿਣਾ ਹੋਵੇ ਅਗਰ ਕਿ ਉਹਦੀਆਂ ਭੈਣਾਂ ਜ਼ਹੀਨ ਨੇ ਤੇ ਅਸੀਂ ਕੀ ਕਹਾਂਗੇ ਹਰ ਸਿਸਟਰਸ ਆਰ ਇੰਟੈਲੀਜੈਂਟ ਕਿ
यानी हर सिस्टर का मतलब है कि उस औरत या उस लड़की ਦੀਆਂ ਭੈਣਾਂ ਜਿਹੜੀਆਂ ਨਾ ਉਹ ਜ਼ਹੀਨ ਨੇ ਕਿਉਂਕਿ ਇੱਥੇ ਹਰ ਲਿਖਿਆ ਅਗਰ ਹਿਜ਼ ਹੁੰਦਾ ਤੇ ਫਿਰ ਉਸ ਬੰਦੇ ਦਾ ਨਾਂ ਅਸੀਂ ਬੋਲਦੇ ਕਿ ਉਸ ਬੰਦਾ ਜਾਂ ਉਸ ਲੜਕੇ ਦਾ ਨਾਮ ਅੱਗੇ ਤਰ੍ਹਾਂ ਦੇਖੋ ਟੈਡ ਐਂਡ ਟੌਮ ਆਰ ਬ੍ਰਿਟਿਸ਼ ਟੈਡ ਤੇ ਟੌਮ ਜਿਹੜਾ ਦੋ ਲੜਕੇ ਨੇ ਉਹ ਅੰਗਰੇਜ਼ਾਂ ਦੇ ਨਾਂ ਨੇ ਟੈਡ ਤੇ ਟੌਮ ਆਰ ਬ੍ਰਿਟਿਸ਼ ਕਿ ਉਹ ਬਰਤਾਨੀਆ ਦੇ ਰਹਿਣ ਵਾਲੇ ਨੇ ਟੈਡ ਐਂਡ ਟੌਮ ਆਰ ਬ੍ਰਿਟਿਸ਼ ਕਿ ਟੈਡ ਤੇ ਟੌਮ ਬਰਤਾਨੀਆ ਦੇ ਬਸ਼ਿੰਦੇ ਨੇ ਜਾਂ ਬਾਸੀ ਨੇ ਜਾਂ ਉੱਥੋਂ ਦੇ ਵਸਨੀਕ ਨੇ ਤੇ ਅੱਗੇ ਅਸੀਂ ਦੇਖਦੇ ਹਾਂ ਮਾਈ ਬ੍ਰਦਰਸ ਆਰ ਐਜੂਕੇਟਿਡ ਕਹਿੰਦੇ ਨੇ ਪੜ੍ਹੇ ਲਿਖੇ ਨੂੰ ਤਾਲੀਮ ਯਾਫਤਾ ਨੂੰ ਤੇ ਹੈਗਾ ਕਿ ਮਾਈ ਬ੍ਰਦਰਸ ਆਰ ਐਜੂਕੇਟਿਡ ਕਿ ਮੇਰੇ ਭਰਾ ਪੜ੍ਹੇ ਲਿਖੇ ਨੇ ਜਾਂ ਤਾਲੀਮ ਯਾਫਤਾ ਨੇ ਅੱਗੇ ਦੇ ਸਨ ਐਂਡ ਡਾਟਰ ਕਿ ਉਹਨਾਂ ਦਾ ਬੇਟਾ ਜਾਂ ਉਹਨਾਂ ਤੇ ਉਹਨਾਂ ਦੀ ਬੇਟੀ ਆਰ ਓਨੈਸਟ ਕਹਿੰਦੇ ਨੇ ਇਮਾਨਦਾਰ ਨੂੰ ਕਿ ਉਹਨਾਂ ਦਾ ਪੁੱਤਰ ਤੇ ਉਹਨਾਂ ਦੀ ਧੀ ਇਮਾਨਦਾਰ ਨੇ ਜਾਂ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਬੇਟੀ ਇਮਾਨਦਾਰ ਨੇ ਤੇ ਮੈਂ ਦੁਬਾਰਾ ਪੜ੍ਹਨਾ ਹਰ ਸਿਸਟਰਸ ਆਰ ਇੰਟੈਲੀਜੈਂਟ ਟੈਡ ਐਂਡ ਟੌਮ ਆਰ ਬ੍ਰਿਟਿਸ਼ ਮਾਈ ਬ੍ਰਦਰਸ ਆਰ ਐਜੂਕੇਟਿਡ ਦੇ ਸਨ ਐਂਡ ਡਾਟਰ ਆਰ ਓਨੈਸਟ ਇਹਨੂੰ ਤੁਸੀਂ ਡਾਟਰ ਨਹੀਂ ਕਹਿਣਾ ਇਹਨੂੰ ਤੁਸੀਂ ਡਾਟਰ ਕਹਿਣਾ ਦੇ ਸਨ ਐਂਡ ਡਾਟਰ ਆਰ ਓਨੈਸਟ ਇਹਨੂੰ ਹੋਨੈਸਟ ਵੀ ਨਹੀਂ ਪੜ੍ਹਨਾ ਕਿਉਂਕਿ ਇਹ ਜਿਹੜਾ ਉਹ ਸਾਇਲੈਂਟ ਹੈ ਖਾਮੋਸ਼ ਇਹਨੂੰ ਨਹੀਂ ਪੜੀਦਾ ਉਹ ਤੋਂ ਪੜ੍ਹਨਾ ਤੁਸੀਂ ਓਨੈਸਟ ਤੇ ਅੱਗੇ ਵਧਨੇ ਅਸੀਂ ਤੇ ਹੁਣ ਇਹ ਖਾਸ ਤੌਰ ਤੇ ਜਿਹੜੇ ਮਿਲਕੀਅਤ ਵਾਲੇ ਤੇ ਜਾਂ ਤਾਲੁਕ ਵਾਲੇ ਜਾਂ ਰਿਸ਼ਤੇ ਵਾਲੇ ਜਿਹੜੇ ਵਰਡਸ ਨੇ ਜਾਂ ਸ਼ਬਦ ਨੇ ਉਹ ਇਹ ਲਿਖੇ ਨੇ ਮਾਏ ਆਵਰ ਯੋਰ ਹਿਜ਼ ਹਰ ਇਟਸ देयर ਇਹਨਾਂ ਨੂੰ ਮੈਂ ਖਾਸ ਤੌਰ ਤੇ ਜਿਹੜਾ ਨਾ ਇਸਤੇਮਾਲ ਕਰਨ ਲੱਗਾ ਹਾਂ ਮੁxtਲਿਫ ਸੈਂਟੈਂਸਸ ਦੇ ਅੰਦਰ ਮਾਏ ਦਾ ਮਤਲਬ ਮੇਰਾ ਆਵਰ ਦਾ ਮਤਲਬ ਹੈ ਸਾਡਾ ਯੋਰ ਦਾ ਮਤਲਬ ਤੁਹਾਡਾ ਜਾਂ ਤੁਹਾਡਾ ਹਿਜ਼ ਦਾ ਮਤਲਬ ਹੈ ਉਸ ਬੰਦੇ ਦਾ ਹਰ ਦਾ ਮਤਲਬ ਹੈ ਉਸ ਔਰਤ ਦਾ ਜਾਂ ਉਸ ਬੁੱਢੀ ਦਾ ਇਟਸ ਦਾ ਮਤਲਬ ਹੈ ਇਹਦਾ ਇਹ ਅਸੀਂ ਬੇਜਾਨ ਚੀਜ਼ਾਂ ਵਾਸਤੇ ਜਾਂ ਜਾਨਵਰਾਂ ਵਾਸਤੇ ਅਸੀਂ ਇਹਨੂੰ ਇਸਤੇਮਾਲ ਕਰਨੇ ਦੇਰ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਨਾ ਉਹ ਮਰਦ ਵੀ ਆ ਸਕਦੇ ਨੇ ਔਰਤਾਂ ਵੀ ਆ ਸਕਦੇ ਨੇ ਜਾਂ ਮਿਲੇ ਜੁਲੇ ਵੀ ਆ ਸਕਦੇ ਨੇ ਤੇ ਫਾਰਮੂਲਾ ਸਾਡਾ ਉਹੀ ਹੈ ਦੇ ਆਰ ਡਾਕਟਰਸ ਤੇ ਅਸੀਂ ਇਹਨਾਂ ਨੂੰ ਖਾਸ ਤੌਰ ਤੇ ਹੁਣ ਇਸਤੇਮਾਲ ਕਰਨ ਲੱਗੇ ਹਾਂ ਵਾਰੀ-ਵਾਰੀ ਮਾਈ ਬੁੱਕਸ ਆਰ 올ਡ ਮਾਈ ਬੁੱਕਸ ਦਾ ਮਤਲਬ ਮੇਰੀਆਂ ਕਿਤਾਬਾਂ ਆਰ ਦਾ ਮਤਲਬ ਹੈ 올ਡ ਦਾ ਮਤਲਬ ਕੀ ਹੈ 올ਡ ਦਾ ਮਤਲਬ ਹੈ ਪੁਰਾਣੀਆਂ ਮਾਈ ਬੁੱਕਸ ਆਰ 올ਡ ਮੇਰੀਆਂ ਕਿਤਾਬਾਂ ਪੁਰਾਣੀਆਂ ਨੇ ਅੱਗੇ ਦੇਖਨੇ ਅਸੀਂ ਆਵਰ ਰੂਮਸ ਆਰ ਕਲੀਨ ਰੂਮ ਕਹਿੰਦੇ ਨੇ ਕਮਰੇ ਨੂੰ ਤੇ ਇੱਕ ਤੋਂ ਜ਼ਿਆਦਾ ਨੂੰ ਅਸੀਂ ਕਹਾਂਗੇ ਰੂਮਸ ਆਵਰ ਰੂਮਸ ਆਰ ਕਲੀਨ ਸਾਡੇ ਕਮਰੇ ਜਿਹੜੇ ਨੇ ਉਹ ਸਾਫ਼ ਨੇ ਕਲੀਨ ਸਾਫ਼ ਨੂੰ ਕਹਿੰਦੇ ਨੇ ਤੇ ਯਾਨੀ ਗੰਦ ਨਹੀਂ ਪਿਆ ਉਹਨਾਂ 'ਚ ਅੱਗੇ ਯੋਰ ਗਾਰਡਨਸ ਆਰ ਬਿਊਟੀਫੁਲ ਗਾਰਡਨ ਕਹਿੰਦੇ ਨੇ ਬਾਗ ਨੂੰ ਤੇ ਗਾਰਡਨਸ ਬਹੁਤ ਸਾਰੇ ਬਾਗ ਯਾਨੀ ਉਹਨਾਂ ਦੇ ਬਾਗ ਜਿਹੜੇ ਨਾ ਉਹਨਾਂ ਦੇ ਬਾਰੇ ਗੱਲ ਹੋ ਰਹੀ ਹੈ ਯੋਰ ਗਾਰਡਨਸ ਆਰ ਬਿਊਟੀਫੁਲ ਕਿ ਤੁਹਾਡੇ ਬਾਗ ਜਿਹੜੇ ਨੇ ਉਹ ਖੂਬਸੂਰਤ ਨੇ ਸੁੰਦਰ ਨੇ ਚੰਗੇ ਨੇ ਖੂਬਸੂਰਤ ਨਜ਼ਰ ਆਉਂਦੇ ਨੇ ਅੱਗੇ ਅਸੀਂ ਵਧਨੇ ਆ ਹਿਜ਼ ਬ੍ਰਦਰਸ ਆਰ ਟੌਲ ਲੰਬੇ ਨੂੰ ਕਹਿੰਦੇ ਨੇ ਜਾਂ ਲੰਮੇ ਨੂੰ ਕਹਿੰਦੇ ਨੇ ਅਸੀਂ ਪੰਜਾਬੀ 'ਚ ਲੰਬਾ ਵੀ ਬੋਲਦੇ ਆ ਤੇ ਲੰਮਾ ਵੀ ਕਹਿੰਦੇ ਆ ਹਿਜ਼ ਬ੍ਰਦਰਸ ਆਰ ਟੌਲ ਯਾਨੀ ਉਸ ਬੰਦੇ ਦੇ ਜਾਂ ਉਸ ਮੁੰਡੇ ਦੇ ਜਿਹੜੇ ਭਰਾ ਨੇ ਉਹ ਲੰਮੇ ਨੇ ਤੇ ਇਹਨੂੰ ਤੁਸੀਂ ਟਾਲ ਨਹੀਂ ਕਹਿਣਾ ਇਹਨੂੰ ਤੁਸੀਂ ਟੌਲ ਕਹਿਣਾ ਹੈ ਤੇ ਹਿਜ਼ ਬ੍ਰਦਰਸ ਆਰ ਟੌਲ ਕਿ ਉਸ ਬੰਦੇ ਦੇ ਭਰਾ ਜਿਹੜੇ ਨੇ ਉਹ ਲੰਮੇ ਨੇ ਤੇ ਮੈਂ ਦੁਬਾਰਾ ਪੜ੍ਹਨਾ ਹੈ ਮਾਈ ਬੁੱਕਸ ਆਰ 올ਡ ਆਵਰ ਰੂਮਸ ਆਰ ਕਲੀਨ ਯੋਰ ਗਾਰਡਨਸ ਆਰ ਬਿਊਟੀਫੁਲ ਹਿਜ਼ ਬ੍ਰਦਰਸ ਆਰ ਟੌਲ ਅੱਗੇ ਵਧਨੇ ਆ ਹੁਣ ਅਸੀਂ ਕੀ ਕਰਨ ਲੱਗੇ ਆ ਕਿ ਅਸੀਂ ਹੁਣ ਖਾਸ ਤੌਰ ਤੇ ਇਹ ਜਿਹੜੇ ਮਲਕੀਅਤ ਵਾਲੇ ਤਾਲੁਕ ਵਾਲੇ ਜਿਹੜੇ ਵਰਡਸ ਦਾ ਸ਼ਬਦ ਨੇ ਇਹਨਾਂ ਨੂੰ ਅਸੀਂ ਇਸਤੇਮਾਲ ਤੇ ਕਰ ਰਹੇ ਹਾਂ ਹੁਣ ਅਸੀਂ ਹਰ ਤੋਂ ਜਿਹੜਾ ਨਾ ਕਰਾਂਗੇ ਹਰ ਕਜ਼ਨਸ ਆਰ ਗੁੱਡ ਪਹਿਲੇ ਲਫ਼ਜ਼ ਜਿਹੜਾ ਕਜ਼ਨ ਹੈ ਇਹਦੇ ਬਾਰੇ ਅਸੀਂ ਦੇਖ ਰਹੇ ਨੇ ਚਾਚੇ ਦਾ ਧੀ ਹੋਵੇ ਜਾਂ ਚਾਚੇ ਦਾ ਪੁੱਤਰ ਹੋਵੇ ਫੁੱਫੀ ਦਾ ਪੁੱਤਰ ਹੋਵੇ ਫੁੱਫੀ ਦੀ ਧੀ ਹੋਵੇ ਮਾਮੇ ਦੀ ਧੀ ਹੋਵੇ ਮਾਮੇ ਦਾ ਜਿਹੜਾ ਨਾ ਉਹ ਪੁੱਤਰ ਹੋਵੇ ਜਾਂ ਖਾਲਾ ਦੀ ਧੀ ਜਾਂ ਖਾਲਾ ਦਾ ਪੁੱਤਰ ਉਹਨਾਂ ਸਾਰਿਆਂ ਨੂੰ ਅਸੀਂ ਕਜ਼ਨ ਹੀ ਬੋਲਦੇ ਹਾਂ ਤੇ ਸਾਡੇ ਇੱਥੇ ਤੇ ਉਹਦੇ ਵਾਸਤੇ ਅਲਫਾਜ਼ ਹੈ ਨੇ ਜਿਸ ਤਰ੍ਹਾਂ ਮਾਸੀ ਦਾ ਪੁੱਤਰ ਤੇ ਅਸੀਂ ਉਹਨੂੰ ਮਸੀਰ ਕਹਿ ਦਾਂਗੇ ਫੁੱਫੀ ਦਾ ਪੁੱਤਰ ਤੇ ਮਸੀਰ ਕਹਿ ਦਾਂਗੇ ਤੇ ਐਸੇ ਤਰ੍ਹਾਂ ਜਿਹੜੇ ਬ੍ਰਿਟਿਸ਼ ਨੇ ਜਾਂ ਅਮਰੀਕਨ ਨੇ ਜਾਂ ਉਹ ਦੇਸੀ ਲੋਕ ਜਿਹੜੇ ਕਿ ਅੰਗਰੇਜ਼ੀ ਬੋਲਦੇ ਨੇ ਉਹਨਾਂ ਨੇ ਸਭਾਂ ਵਾਸਤੇ ਇੱਕੋ ਹੀ ਲਫ਼ਜ਼ ਰੱਖਿਆ ਕਜ਼ਨ ਤੇ ਇੱਕ ਤੋਂ ਜ਼ਿਆਦਾ ਹੋਣਗੇ ਤੇ ਅਸੀਂ ਉਹਨਾਂ ਨੂੰ ਕਜ਼ਨ ਜਿਹੜਾ ਨਾ ਕਜ਼ਨਸ ਕਵਾਂਗੇ ਤੇ ਅਸੀਂ ਕਹਿੰਦੇ ਕਿ ਹਰ ਕਜ਼ਨਸ ਆਰ ਗੁੱਡ ਤੇ ਇਸ ਤੋਂ ਮੁਰਾਦ ਕੋਈ ਵੀ ਲਿੱਤੀ ਜਾ ਸਕਦੀ ਹੈ ਕਿ ਉਸ ਕੁੜੀ ਦੇ ਚਾਚੇ ਦੇ ਪੁੱਤਰ ਜਾਂ ਧੀਆਂ ਜਿਹੜੀਆਂ ਨਾ ਉਹ ਚੰਗੇ ਨੇ ਤੇ ਤੁਸੀਂ ਚਾਚੇ ਦਾ ਤਾਏ ਦਾ ਮਾਮੇ ਦਾ ਖਾਲਾ ਦਾ ਇਸ ਤਰ੍ਹਾਂ ਮਾਸੀ ਦਾ ਤੁਸੀਂ ਕਹਿ ਸਕਦੇ ਹੋ ਤੇ
यानी हुण असीं इहदा इक्को ही तर्जमा कर दिंदे आ, उस कुड़ी दे चाचे दे पुत्तर ਜਿਹੜੇ ਨੇ ਉਹ ਚੰਗੇ ਨੇ ਜਾਂ ਚੰਗੇ ਹੈ ਨੇ। ਤੇ ਹੁਣ ਅੱਗੇ ਅਸੀਂ ਦੇਖਦੇ ਹਾਂ ਮਾਈ ਡੌਗ ਇਜ਼ ਫੈਟ, ਕਿ ਮੇਰਾ ਕੁੱਤਾ ਮੋਟਾ ਹੈ। ਇਟਸ ਈਅਰਸ ਆਰ ਸ਼ਾਰਟ, ਕਿ ਇਹਦੇ ਕੰਨ ਛੋਟੇ ਨੇ। ਸ਼ਾਰਟ ਛੋਟੇ ਨੂੰ ਕਹਿੰਦੇ ਨੇ, ਇਟਸ ਈਅਰਸ ਦਾ ਮਤਲਬ ਹੈ ਇਹਦੇ ਕੰਨ। ਤੇ ਮਾਈ ਡੌਗ ਇਜ਼ ਫੈਟ, ਇਟਸ ਈਅਰਸ ਆਰ ਸ਼ਾਰਟ, ਮੇਰਾ ਕੁੱਤਾ ਮੋਟਾ ਹੈ ਤੇ ਇਹਦੇ ਕੰਨ ਛੋਟੇ ਨੇ। ਤੇ ਅੱਗੇ ਅਸੀਂ ਦੇਖਦੇ ਹਾਂ देयर ਨੇਬਰਸ। ਨੇਬਰਸ ਕਹਿੰਦੇ ਨੇ ਹਮਸਾਇਆਂ ਨੂੰ। ਆਰ ਨਾਈਸ, ਗੁੱਡ ਦਾ ਮਤਲਬ ਹੁੰਦਾ ਚੰਗੇ, ਤੇ ਨਾਈਸ ਦਾ ਮਤਲਬ ਹੈ ਹੁੰਦਾ, ਯਾਨੀ ਬਹੁਤ ਚੰਗੇ। देयर ਨੇਬਰਸ ਆਰ ਨਾਈਸ, ਕਿ ਉਹਨਾਂ ਦੇ ਹਮਸਾਏ ਜਿਹੜੇ ਨੇ ਉਹ ਬਹੁਤ ਹੀ ਚੰਗੇ ਨੇ। ਮੈਂ ਦੁਬਾਰਾ ਪੜ੍ਹਨਾ ਤਰਜਮੇ ਤੋਂ ਬਗੈਰ। ਹਰ ਕਜ਼ਨਸ ਆਰ ਗੁੱਡ, ਮਾਈ ਡੌਗ ਇਜ਼ ਫੈਟ, ਇਟਸ ਈਅਰਸ ਆਰ ਸ਼ਾਰਟ, देयर ਨੇਬਰਸ ਆਰ ਨਾਈਸ। ਨੈਕਸਟ ਅਸੀਂ ਦੇਖਦੇ ਹਾਂ ਹੁਣ ਅਸੀਂ ਦਾ ਯੂਜ਼ ਆਫ ਆਰ ਪੜ੍ਹਨ ਲੱਗੇ ਹਾਂ। ਇਹਦੇ ਵਿੱਚ ਨੈਗੇਟਿਵ ਸੈਂਟੈਂਸ, ਕਿ ਉਹ ਫਿਕਰੇ ਜਿਨ੍ਹਾਂ ਦੇ ਵਿੱਚ ਨਾ ਦਾ ਜ਼ਿਕਰ ਕੀਤਾ ਹੋਵੇ, ਨਾ ਕੀਤੀ ਹੋਵੇ। ਯਾਨੀ ਪਿਛਲੇ ਜਿੰਨੇ ਵੀ ਅਸੀਂ ਪੜ੍ਹੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਨੈਗੇਟਿਵ ਦੇ ਵਿੱਚ ਤਬਦੀਲ ਕਰਨ ਲੱਗੇ ਹਾਂ। ਕਿ ਕਿਵੇਂ ਬਦਲਣਾ ਹੈ ਇਹਦਾ ਮਾਡਲ ਸੈਂਟੈਂਸ ਤੇ ਫਾਰਮੂਲਾ ਨੰਬਰ 42 ਯਾਨੀ 42 ਵੇਖੋ ਜ਼ਰਾ। ਉਹ ਇਹ ਲਿਖਿਆ ਹੈ ਦੇ ਆਰ ਨਾਟ ਡਾਕਟਰਸ। ਇਹ ਜਿਹੜਾ ਜਮਾ ਦਾ ਨਿਸ਼ਾਨ ਇਹਦਾ ਮਤਲਬ ਹੈ ਕਿ ਤੁਸੀਂ ਇਹਨਾਂ ਨੂੰ ਇਸ ਤਰਤੀਬ 'ਚ ਬੋਲਣਾ ਹੈ। ਇਹਨਾਂ ਨੂੰ ਤੁਸੀਂ ਜਿਵੇਂ ਨੰਬਰਾਂ ਨੂੰ ਜਮਾ ਕਰੀਦਾ ਉਂਝ ਨਹੀਂ ਕਰਨਾ। ਸਿਰਫ ਹੈ ਕਿ ਪਹਿਲੇ ਤੁਸੀਂ ਦੇ ਬੋਲਣਾ ਹੈ, ਫਿਰ ਆਰ ਬੋਲਣਾ ਹੈ, ਫਿਰ ਨਾਟ ਬੋਲਣਾ ਹੈ, ਫਿਰ ਡਾਕਟਰਸ ਇਸ ਤਰ੍ਹਾਂ ਬੋਲਣਾ ਹੈ। ਦੇ ਆਰ ਨਾਟ ਡਾਕਟਰਸ, ਕਿ ਉਹ ਡਾਕਟਰ ਨਹੀਂ ਹੈ। ਯਾਨੀ ਉਹ ਕੁਝ ਬੰਦੇ ਨੇ ਜਿਹੜੇ ਕਿ ਸਾਡੇ ਕੋਲ ਮੌਜੂਦ ਨਹੀਂ, ਉਹਨਾਂ ਬਾਰੇ ਕਿਹਾ ਜਾ ਸਕਦਾ। ਇਹ ਸਾਰੇ ਜਿਹੜੇ ਉੱਪਰ ਵਰਡਸ ਲਿਖੇ ਨੇ ਅਸੀਂ ਇਹਨਾਂ ਨੂੰ ਇਸਤੇਮਾਲ ਕਰਾਂਗੇ। ਦੇ ਆਰ ਨਾਟ ਡਾਕਟਰਸ, ਕਿ ਉਹ ਡਾਕਟਰ ਨਹੀਂ ਹਨ ਜਾਂ ਨਹੀਂ ਹਨ। ਤੇ ਅਸੀਂ ਜ਼ਰਾ ਅੱਗੇ ਫਿਕਰਿਆਂ ਨੂੰ ਦੇਖਦੇ ਹਾਂ। these are not toys, ਇਹ ਸਾਰਿਆਂ ਨੂੰ ਅਸੀਂ ਇਸਤੇਮਾਲ ਕਰਨਾ ਹੁਣੇ ਇੱਥੇ। these are not toys, ਕਿ ਇਹ ਖਿਡੌਣੇ ਨਹੀਂ। ਅੱਗੇ those are not crabs, ਕਿ ਉਹ ਕੇਕੜੇ ਨਹੀਂ ਹਨ। ਅੱਗੇ ਜ਼ਰਾ ਵਧਨੇ ਅਸੀਂ, ਜਾਂ ਪਹਿਲੇ ਇੱਕ ਵਾਰੀ ਪੜ੍ਹ ਲੈਂਦੇ ਹਾਂ ਬਗੈਰ ਤਰਜਮੇ ਤੋਂ। these are not toys, those are not crabs। ਨੈਕਸਟ ਦੇਖਦੇ ਹਾਂ ਅਸੀਂ, ਫਾਰਮੂਲਾ ਸਾਡਾ ਉਹੋ ਹੀ ਹੈ। ਤੇ ਅੱਗੇ ਹੈਗਾ we are not still young, we are not still young। still ਦਾ ਮਤਲਬ ਹੈ ਕਿ ਅਜੇ। ਅਸੀਂ ਪਹਿਲੇ ਵੀ ਇਹਨੂੰ ਦੇਖ ਚੁੱਕੇ ਹਾਂ, ਲੇਕਿਨ ਹੁਣ ਅਸੀਂ ਨੈਗੇਟਿਵ ਜਾਂ ਨਾ ਵਾਲੇ ਫਿਕਰੇ ਅਸੀਂ ਇਹ ਬਣਾ ਰਹੇ ਹਾਂ। we are not still young, ਕਿ ਅਸੀਂ ਅਜੇ ਜਵਾਨ ਨਹੀਂ ਹਾਂ। ਤੇ ਅੱਗੇ ਕੀ ਹੈ you are not really bold, ਕਿ ਤੂੰ ਅਸਲ ਦੇ ਵਿੱਚ ਬਹਾਦਰ ਨਹੀਂ ਹੈ ਜਾਂ ਨਿਡਰ ਨਹੀਂ। ਤੇ ਫਿਰ ਪੜ੍ਹਨਾ ਮੈਨੂੰ we are not still young, you are not really bold। ਅੱਗੇ ਵਧਨੇ ਅਸੀਂ। ਹੁਣ ਦੇਖੋ we are not ready, ਕਿ ਅਸੀਂ ਤਿਆਰ ਨਹੀਂ ਹਾਂ। the shops are not closed, ਕਿ ਦੁਕਾਨਾਂ ਬੰਦ ਨਹੀਂ ਹਨ। ਕਿਸੇ ਨੇ ਕਿਹਾ ਕਿ ਬੰਦ ਨੇ ਤੇ ਤੁਸੀਂ ਕਿਹਾ the shops are not closed, ਕਿ ਦੁਕਾਨਾਂ ਬੰਦ ਨਹੀਂ ਹਨ। ਤੇ ਅੱਗੇ ਕੀ ਹੈ ਇਹ ਵਾਲਾ my parents ਤੋਂ। my parents are not noble, ਵੈਸੇ ਤੇ ਵਾਲਿदैन ਤੇ ਸ਼ਰੀਫ ਹੀ ਹੁੰਦੇ ਨੇ, ਲੇਕਿਨ ਅਸੀਂ ਕਿਉਂਕਿ ਅਸੀਂ ਲੈਂਗੁਏਜ ਜਾਂ ਬੋਲੀ ਸਿੱਖਣੇ ਪਏ ਹਾਂ ਤੇ ਇਸ ਵਜ੍ਹਾ ਕਰਕੇ ਮਨਫੀ ਕਿਵੇਂ ਬਣਾਉਣਾ ਹੈ, ਨੈਗੇਟਿਵ ਬਣਾਉਣਾ, ਤੇ ਸਾਨੂੰ ਨੋਟ ਇੱਥੇ ਲਾਣਾ ਪਏਗਾ। my parents are not noble, ਕਿ ਮੇਰੇ ਮਾਂ ਪਿਓ ਸ਼ਰੀਫ ਨਹੀਂ। ਅੱਗੇ ਕੀ ਹੈ we are not ਪਾਕਿਸਤਾਨੀ, ਕਿ ਕੋਈ ਬੰਦੇ ਨੇ ਉਹ ਪਾਕਿਸਤਾਨ ਦੇ ਵਿੱਚ ਆਏ ਨੇ ਤੇ ਉਹ ਸਾਡੇ ਮੁਲਕ ਦੇ ਨਹੀਂ। ਤੇ ਅਸੀਂ ਉਹਨਾਂ ਨੂੰ ਕੁਝ ਪੁੱਛਿਆ ਤੇ ਉਹ ਅੱਗੋਂ ਕੀ ਕਹਿੰਦੇ ਨੇ we are not ਪਾਕਿਸਤਾਨੀ, ਕਿ ਅਸੀਂ ਪਾਕਿਸਤਾਨੀ ਨਹੀਂ ਹਾਂ। ਮੈਂ ਦੁਬਾਰਾ ਪੜ੍ਹਨਾ we are not ready, the shops are not closed, my parents are not noble, we are not Pakistanis। ਅੱਗੇ ਵਧਨੇ ਅਸੀਂ ਤੇ ਹੁਣ ਅਸੀਂ ਅੱਗੇ ਪੜ੍ਹੇ her sisters are not intelligent, ਉਸ ਕੁੜੀ ਦੀਆਂ ਭੈਣਾਂ ਜ਼ਹੀਨ ਨਹੀਂ ਹਨ। ਅੱਗੇ ਕੀ ਹੈ ਟੈਡ ਐਂਡ ਟੌਮ ਆਰ ਨਾਟ ਬ੍ਰਿਟਿਸ਼, ਟੈਡ ਤੇ ਟੌਮ ਜਿਹੜੇ ਨੇ ਉਹ ਬਰਤਾਨੀਆ ਦੇ ਵਸਿੰਦੇ ਨਹੀਂ। ਅੱਗੇ ਕੀ ਹੈ ਮਾਈ ਬ੍ਰਦਰਸ ਆਰ ਨਾਟ ਐਜੂਕੇਟਡ, ਮੇਰੇ ਭਰਾ ਪੜ੍ਹੇ ਲਿਖੇ ਨਹੀਂ। देयर सन ਐਂਡ ਡਾਟਰ ਆਰ ਨਾਟ ਓਨੈਸਟ, ਉਹਨਾਂ ਦਾ ਪੁੱਤਰ ਤੇ ਧੀ ਜਿਹੜੇ ਨੇ ਉਹ ਇਮਾਨਦਾਰ ਨਹੀਂ। ਮੈਂ ਦੁਬਾਰਾ ਪੜ੍ਹਨਾ ਇਹਨਾਂ ਨੂੰ। ਹਰ ਸਿਸਟਰਸ ਆਰ ਨਾਟ ਇੰਟੈਲੀਜੈਂਟ, ਟੈਡ ਐਂਡ ਟੌਮ ਆਰ ਨਾਟ ਬ੍ਰਿਟਿਸ਼, my brothers are not educated, their son and daughter are not honest। ਇਹਨੂੰ ਤੁਸੀਂ ਡਾਟਰ ਨਹੀਂ ਕਹਿਣਾ, ਇਹਨੂੰ ਤੁਸੀਂ ਡਾਟਰ ਕਹਿਣਾ, ਤੇ ਇਹਨੂੰ honest ਨਹੀਂ ਕਹਿਣਾ, ਇਹਨੂੰ honest ਕਹਿਣਾ। ਅੱਗੇ ਵਧਨੇ ਅਸੀਂ। ਹੁਣ ਅਸੀਂ ਇਹ ਵਾਲੇ ਜਿਹੜੇ ਵਰਡਸ ਨੇ ਜਿਹੜੇ ਕਿ ਮਿਲਕੀਅਤ ਜਾਂ ਰਿਸ਼ਤੇ ਜਾਂ ਤਾਲੁਕ ਵਾਸਤੇ ਇਸਤੇਮਾਲ ਹੁੰਦੇ ਨੇ। ਮਾਏ ਦਾ ਮਤਲਬ ਮੇਰਾ, ਆਵਰ ਦਾ ਮਤਲਬ ਹੈ ਸਾਡਾ, ਯੋਰ ਦਾ ਮਤਲਬ ਤੁਹਾਡਾ ਜਾਂ ਤੁਹਾਡਾ, ਹਿਸ ਦਾ ਮਤਲਬ ਉਸ ਬੰਦੇ ਦਾ, ਹਰ ਦਾ ਮਤਲਬ ਉਸ ਔਰਤ ਦਾ, ਇਟਸ ਦਾ ਮਤਲਬ ਹੈ ਇਹਦਾ, ਦੇਅਰ ਮਤਲਬ ਹੈ ਉਹਨਾਂ ਲੋਕਾਂ ਦਾ। ਤੇ ਅਸੀਂ ਇਹੀ ਫਾਰਮੂਲੇ ਨੂੰ ਦੁਬਾਰਾ ਅਸੀਂ ਇਸਤੇਮਾਲ ਕਰ ਰਹੇ ਹਾਂ। ਤੇ ਅਸੀਂ ਪਹਿਲੇ ਵੀ ਇਹਨੂੰ ਪੜ੍ਹਾ ਹੈ, ਲੇਕਿਨ ਹੁਣ ਅਸੀਂ ਸਿਰਫ ਨਾਟ ਬੋਲਣਾ ਅੱਗੇ। ਹਰ ਕਜ਼ਨਸ ਆਰ ਨਾਟ ਗੁੱਡ,
कि ਉਹਦੇ ਚਾਚੇ ਦੇ ਪੁੱਤਰ ਜਿਹੜੇ ਨਾ ਉਹ ਚੰਗੇ ਨਹੀਂ। My dog is fat कि मेरा कुत्ता मोटा है। Its ears are not short कि ਇਹਦੇ ਕੰਨ ਛੋਟੇ ਨਹੀਂ। Their neighbors are not nice ਉਹਨਾਂ ਦੇ ਹਮਸਾਏ ਬਹੁਤ ਅੱਛੇ ਨਹੀਂ। ਦੁਬਾਰਾ ਮੈਂ ਇਹਨਾਂ ਨੂੰ ਪੜ੍ਹਨਾ। Her cousins are not good। My dog is fat। Its ears are not short। Their neighbors are not nice। Next ਦੇਖਦੇ ਹਾਂ ਅਸੀਂ ਜ਼ਰਾ। ਤੇ ਨੈਕਸਟ ਹੈ ਕਿ ਹੁਣ ਅਸੀਂ ਖਾਸ ਤੌਰ ਤੇ ਇਹ ਵਾਲੇ ਜਿਹੜੇ ਮਿਲਕੀਅਤ ਵਾਲੇ ਤਾਲੁਕ ਵਾਲੇ ਰਿਸ਼ਤੇ ਵਾਲੇ ਅਲਫਾਜ਼ ਨੇ ਸ਼ਬਦ ਨੇ ਜਾਂ ਵਰਡਸ ਨੇ ਉਹਨਾਂ ਨੂੰ ਇਸਤੇਮਾਲ ਕਰਨਾ ਹੈ। ਸਭ ਤੋਂ ਪਹਿਲੇ ਮਾਏ ਦਾ ਦੇਖੋ। ਮਾਏ ਬੁੱਕਸ ਆਰ ਨਾਟ ਓਲਡ ਕਿ ਮੇਰੀਆਂ ਕਿਤਾਬਾਂ ਪੁਰਾਣੀਆਂ ਨਹੀਂ। ਆਵਰ ਰੂਮਸ ਆਰ ਨਾਟ ਕਲੀਨ ਕਿ ਸਾਡੇ ਕਮਰੇ ਸਾਫ਼ ਨਹੀਂ ਜਾਂ ਨਹੀਂ ਹਨ। ਯੋਰ ਗਾਰਡਨਸ ਆਰ ਨਾਟ ਬਿਊਟੀਫੁਲ ਤੁਹਾਡੇ ਬਾਗ ਖੂਬਸੂਰਤ ਨਹੀਂ। His brothers are not tall ਉਹਦੇ ਭਰਾ ਲੰਮੇ ਨਹੀਂ। ਤੇ ਹੁਣ ਮੈਂ ਸਾਰਿਆਂ ਨੂੰ ਦੁਬਾਰਾ ਪੜ੍ਹਨਾ। My books are not old। Our rooms are not clean। Your gardens are not beautiful। His brothers are not tall। ਤੇ ਅੱਗੇ ਵਧਨੇ ਅਸੀਂ ਹੁਣ ਅਸੀਂ ਕੀ ਕਰਨ ਲੱਗੇ ਹਾਂ ਕਿ the use of are ਦੇ ਵਿੱਚ interrogative sentences ਪੜ੍ਹਨ ਲੱਗੇ ਹਾਂ ਯਾਨੀ ਸਵਾਲੀਆ ਕਿਵੇਂ ਬਣਾਉਣਾ ਹੈ। ਤੇ ਮਾਡਲ ਸੈਂਟੈਂਸ ਹੈ ਜਿਹਦਾ ਨਾਮ ਹੈ ਫਾਰਮੂਲਾ ਨੰਬਰ 43 ਦਿੱਤਾ ਹੈ। ਉਹਦੇ ਵਿੱਚ ਅਸੀਂ ਇਹ ਵਾਲੇ ਅਲਫਾਜ਼ ਜਾਂ ਵਰਡ ਇਸਤੇਮਾਲ ਕਰਨੇ ਨੇ। ਤੇ ਸਭ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਪਹਿਲੇ ਅਸੀਂ ਦੇ ਤੋਂ ਬਾਅਦ ਆਰ ਬੋਲਨੇ ਸਾਂ। ਹੁਣ ਅਸੀਂ ਆਰ ਨੂੰ ਸਭ ਤੋਂ ਪਹਿਲੇ ਲੈ ਆਣਾ ਹੈ। ਜਦੋਂ ਅਸੀਂ ਆਰ ਪਹਿਲੇ ਬੋਲਾਂਗੇ ਤੇ ਇਹਦਾ ਮਤਲਬ ਹੈ ਕੀ ਤੋਂ ਸਟਾਰਟ ਹੋ ਜਾਏਗਾ ਯਾਨੀ ਜੋ ਵੀ ਹੋਏਗਾ ਉਹ ਸਵਾਲ ਦੇ ਅੰਦਾਜ਼ ਦੇ ਵਿੱਚ ਬਦਲ ਜਾਏਗਾ। ਆਰ ਦੇ ਡਾਕਟਰਸ ਕਿ ਕੀ ਉਹ ਡਾਕਟਰ ਨੇ। ਕੀ ਉਹ ਦਾ ਮਤਲਬ ਦੇ ਦਾ ਮਤਲਬ ਉਹ ਹੈ ਤੇ ਕੀ ਆਰ ਜਦੋਂ ਵੀ ਆਏਗਾ ਉਹ ਇੱਥੋਂ ਹੈ ਕੀ ਉਹ ਡਾਕਟਰ ਹੈ ਨੇ। ਇਹ ਜਿਹੜਾ ਨਾ ਇਸ ਤਰ੍ਹਾਂ ਅਸੀਂ ਤਰਜਮਾ ਕਰ ਸਕਦੇ ਹਾਂ ਕੀ ਉਹ ਡਾਕਟਰ ਨੇ ਇੰਜ ਵੀ ਅਸੀਂ ਕਹਿ ਸਕਦੇ ਹਾਂ। ਆਰ ਦੀਜ਼ ਟॉयਜ਼ ਕੀ ਇਹ ਖਿਡੌਣੇ ਨੇ। ਆਰ ਦੋਜ਼ ਕਰੈਬਸ ਕੀ ਉਹ ਕੇਕੜੇ ਨੇ। ਮੈਂ ਦੁਬਾਰਾ ਪੜ੍ਹਨਾ। ਆਰ ਦੀਜ਼ ਟॉयਜ਼ ਆਰ ਦੋਜ਼ ਕਰੈਬਸ। ਅੱਗੇ ਵਧਨੇ ਆ ਤੇ ਹੁਣ ਤੁਸੀਂ ਦੇਖੋ ਕਿ ਅਗਲਾ ਸੈਂਟੈਂਸ ਜਿਹੜਾ ਉਹ ਕੀ ਹੈ। ਆਰ ਵੀ ਸਟਿਲ ਯੰਗ ਕਿ ਕੀ ਅਸੀਂ ਅਜੇ ਵੀ ਜਵਾਨ ਆ। ਆਰ ਵੀ ਸਟਿਲ ਯੰਗ ਕੀ ਅਸੀਂ ਅਜੇ ਵੀ ਜਵਾਨ ਆ। ਤੇ ਅੱਗੇ ਦੇਖੋ ਆਰ ਯੂ ਰੀਅਲੀ ਬੋਲਡ ਕਿ ਤੂੰ ਵਾਕਈ ਜਾਂ ਅਸਲ ਦੇ ਵਿੱਚ ਜਾਂ ਹਕੀਕਤ ਦੇ ਵਿੱਚ ਤੂੰ ਬਹਾਦਰ ਹੈ ਜਾਂ ਨਿਡਰ ਹੈ। ਆਰ ਯੂ ਰੀਅਲੀ ਬੋਲਡ ਕੀ ਤੂੰ ਹਕੀਕਤ ਦੇ ਵਿੱਚ ਬਹਾਦਰ ਹੈ। ਮੈਂ ਦੁਬਾਰਾ ਪੜ੍ਹਨਾ। ਆਰ ਵੀ ਸਟਿਲ ਯੰਗ ਆਰ ਯੂ ਰੀਅਲੀ ਬੋਲਡ। ਅੱਗੇ ਵਧਨੇ ਆ ਤੇ ਅੱਗੇ ਦੇਖੋ ਆਰ ਵੀ ਰੈਡੀ ਕੀ ਅਸੀਂ ਤਿਆਰ ਆ। ਆਰ ਦਾ ਸ਼ਾਪਸ ਕਲੋਜ਼ਡ ਕੀ ਦੁਕਾਨਾਂ ਬੰਦ ਹੋ ਗਈਆਂ ਨੇ ਜਾਂ ਦੁਕਾਨਾਂ ਬੰਦ ਨੇ। ਆਰ ਮਾਈ ਪੇਰੈਂਟਸ ਨੋਬਲ ਕੀ ਮੇਰੇ ਮਾਂ ਪਿਓ ਸ਼ਰੀਫ ਨੇ। ਆਰ ਵੀ ਪਾਕਿਸਤਾਨੀ ਕੀ ਅਸੀਂ ਪਾਕਿਸਤਾਨੀ ਆ। ਤੇ ਦੁਬਾਰਾ ਮੈਂ ਪੜ੍ਹਨਾ ਇਹਨਾਂ ਨੂੰ। ਆਰ ਵੀ ਰੈਡੀ ਆਰ ਦਾ ਸ਼ਾਪਸ ਕਲੋਜ਼ਡ ਆਰ ਮਾਈ ਪੇਰੈਂਟਸ ਨੋਬਲ ਆਰ ਵੀ ਪਾਕਿਸਤਾਨੀਜ਼। ਅੱਗੇ ਵਧਨੇ ਅਸੀਂ ਤੇ ਅੱਗੇ ਕੀ ਜੁਮਲਾ ਜਾਂ ਸੈਂਟੈਂਸ ਆ ਰਿਹਾ ਹੈ। ਆਰ ਹਰ ਸਿਸਟਰਸ ਇੰਟੈਲੀਜੈਂਟ ਕੀ ਉਹਦੀਆਂ ਭੈਣਾਂ ਜ਼ਹੀਨ ਨੇ। ਆਰ ਟੈਡ ਐਂਡ ਟੌਮ ਬ੍ਰਿਟਿਸ਼ ਕੀ ਟੈਡ ਤੇ ਟੌਮ ਬਰਤਾਨੀਆ ਦੇ ਬਸ਼ਿੰਦੇ ਨੇ ਜਾਂ ਉੱਥੋਂ ਦੇ ਰਹਿਣ ਵਾਲੇ ਨੇ। ਆਰ ਮਾਈ ਬ੍ਰਦਰਸ ਐਜੂਕੇਟਿਡ ਕੀ ਮੇਰੇ ਭਰਾ ਪੜ੍ਹੇ ਲਿਖੇ ਨੇ ਜਾਂ ਤਾਲੀਮ ਯਾਫਤਾ ਨੇ। ਆਰ ਦੇਅਰ ਸਨ ਐਂਡ ਡਾਟਰ ਓਨੈਸਟ ਕੀ ਉਹਨਾਂ ਦਾ ਪੁੱਤਰ ਤੇ ਉਹਨਾਂ ਦੀ ਧੀ ਇਮਾਨਦਾਰ ਨੇ। ਸਨ ਜਿਹੜਾ ਨਾ ਉਹ ਪੁੱਤਰ ਨੂੰ ਕਹਿੰਦੇ ਨੇ ਜਾਂ ਪੁੱਤ ਵੀ ਕਹਿ ਦਿੰਦੇ ਨੇ ਪੰਜਾਬੀ ਦੇ ਵਿੱਚ। ਡਾਟਰ ਨੂੰ ਜਿਹੜਾ ਨਾ ਉਹ ਬੇਟੀ ਜਾਂ ਧੀ ਕਹਿੰਦੇ ਨੇ। ਤੇ ਮੈਂ ਦੁਬਾਰਾ ਪੜ੍ਹਨ ਲੱਗਾ ਇਹਨਾਂ ਨੂੰ। ਆਰ ਹਰ ਸਿਸਟਰ ਇੰਟੈਲੀਜੈਂਟ ਕੀ ਉਸ ਕੁੜੀ ਦੀਆਂ ਭੈਣਾਂ ਜ਼ਹੀਨ ਨੇ। ਆਰ ਟੈਡ ਐਂਡ ਟੌਮ ਬ੍ਰਿਟਿਸ਼ ਕੀ ਟੈਡ ਤੇ ਟੌਮ ਬਰਤਾਨੀਆ ਦੇ ਬਸ਼ਿੰਦੇ ਨੇ। ਆਰ ਮਾਈ ਬ੍ਰਦਰ ਐਜੂਕੇਟਿਡ ਕੀ ਮੇਰੇ ਭਰਾ ਪੜ੍ਹੇ ਲਿਖੇ ਨੇ। ਆਰ ਦੇਅਰ ਸਨ ਐਂਡ ਡਾਟਰ ਓਨੈਸਟ। ਇਹ ਇਸ ਤਰ੍ਹਾਂ ਜਿਹੜਾ ਅਸੀਂ ਇਹਨੂੰ ਪੜ੍ਹ ਲਿੱਤਾ ਤਾਂ ਕਿ ਤੁਹਾਡੇ ਦੇਣ ਦੇ ਵਿੱਚ ਜਿਹੜਾ ਨਾ ਤਰਜਮੇ ਤੋਂ ਬਗੈਰ ਵੀ ਇਹਨਾਂ ਦਾ ਮਤਲਬ ਵਾਜ਼ਿਹ ਹੁੰਦਾ ਰਹੇ। ਤੇ ਹੁਣ ਅਸੀਂ ਇਹ ਵਾਲੇ ਜਿਹੜੇ ਮਿਲਕੀਅਤ ਵਾਲੇ ਤਾਲੁਕ ਵਾਲੇ ਜਾਂ ਰਿਸ਼ਤੇ ਵਾਲੇ ਵਰਡਸ ਨੇ ਜਿਸ ਤਰ੍ਹਾਂ ਮਾਏ ਆਵਰ ਯੋਰ ਹਿਜ਼ ਹਰ ਇਟਸ ਦੇਅਰ ਇਹਨਾਂ ਨੂੰ ਖਾਸ ਤੌਰ ਤੇ ਅਸੀਂ ਇਸਤੇਮਾਲ ਜਿਹੜਾ ਨਾ ਕਰਨ ਲੱਗੇ ਹਾਂ ਸ਼ੁਰੂ ਦੇ ਵਿੱਚ। ਆਰ ਮਾਈ ਬੁੱਕਸ ਓਲਡ ਕੀ ਮੇਰੀਆਂ ਕਿਤਾਬਾਂ ਪੁਰਾਣੀਆਂ ਨੇ। ਆਰ ਆਵਰ ਰੂਮਸ ਕਲੀਨ ਕੀ ਸਾਡੇ
कमरे साफ ने पुछना होवे किसी कोलों ते असी इस तरह पूछ सकते कि मेरियां किताबां जड़ियां ने पुरानियां ने यानी असी किसी को पूछ रहे हैं ओदा अगे जवाब कोई भी दे सकदा यस या नो दे विच इस तरह आर आवर रूम्स क्लीन कि की साडे कमरे साफ ने ते आर योर गार्डन्स ब्यूटीफुल की ताडे बाग खूबसूरत ने आर हिज ब्रदर्स टॉल के की उस बंदे दे भरा जड़े ने वो लम्मे ने ते मैं दोबारा पढ़ना आर माई बुक्स ओल्ड आर आवर rooms clean are your gardens beautiful are his brothers tall ਤੇ ਅੱਗੇ ਅਸੀਂ ਹਿਸ ਤੱਕ ਪਹੁੰਚੇ ਹਾਂ ਤੇ ਅੱਗੇ ਦੇਖਨੇ ਅਸੀਂ ਤੇ ਅੱਗੇ ਜਿਹੜਾ ਨਾ ਉਹ ਅਸੀਂ ਇਸਤੇਮਾਲ ਕਰਾਂਗੇ ਸੈਂਟੈਂਸ ਦੇ ਵਿੱਚ ਹਰ ਤੋਂ ਇਹ ਦੇਖੋ ਨਾ ਆਰ ਹਰ ਕਜ਼ਨਸ ਗੁੱਡ ਕਿ ਕੀ ਉਹਦੇ ਚਾਚੇ ਦੇ ਪੁੱਤਰ ਚੰਗੇ ਨੇ ਅੱਗੇ ਮਾਈ ਡੌਗ ਇਜ਼ ਫੈਟ ਆਰ ਇਟਸ ਈਅਰਸ ਸ਼ਾਰਟ ਮੇਰਾ ਕੁੱਤਾ ਮੋਟਾ ਹੈ ਕੀ ਇਹਦੇ ਕੰਨ ਛੋਟੇ ਨੇ ਤੇ ਅੱਗੇ ਆਰ देयर नेबर्स नाइस कि की ਉਹਨਾਂ ਦੇ ਹਮਸਾਏ ਬਹੁਤ ਚੰਗੇ ਨੇ ਫਿਰ ਮੈਂ ਦੁਬਾਰਾ ਪੜਨਾ ਆਰ ਹਰ ਕਜ਼ਨਸ ਗੁੱਡ ਮਾਈ ਡੌਗ ਇਜ਼ ਫੈਟ ਆਰ ਇਟਸ ਈਅਰਸ ਸ਼ਾਰਟ ਆਰ देयर नेबर्स नाइस ਨੈਕਸਟ ਅਸੀਂ ਦੇਖਨੇ ਆ ਕਿ ਹੁਣ ਅਸੀਂ ਕੀ ਪੜਨ ਲੱਗੇ ਦਾ ਯੂਜ਼ ਆਫ ਇਜ਼ ਅਸਲ ਦੇ ਵਿੱਚ ਅਸੀਂ ਨੈਗੇਟਿਵ ਇੰਟਰੋਗੇਟਿਵ ਸੈਂਟੈਂਸਸ ਪੜਨੇ ਕਿ ਜੁਮਲਾ ਜਿਹੜਾ ਜਾਂ ਸੈਂਟੈਂਸ ਹੈ ਉਹ ਸਵਾਲੀਆ ਵੀ ਹੋਵੇ ਤੇ ਮੰਫੀ ਵੀ ਹੋਵੇ ਯਾਨੀ ਨੈਗੇਟਿਵ ਵੀ ਹੋਵੇ ਨਾ ਦਾ ਜ਼ਿਕਰ ਵੀ ਹੋਵੇ ਤਾਂ ਸਵਾਲ ਵੀ ਹੋਵੇ ਤੇ ਅਸੀਂ ਪਹਿਲੇ ਨਾ ਇਸ ਤੋਂ ਸਟਾਰਟ ਕਰਨੇ ਆ ਤੇ ਇਸ ਦੀ ਜਗ੍ਹਾ ਤੇ ਫਿਰ ਅਸੀਂ ਆਰ ਲੈ ਆਵਾਂਗੇ ਤੇ ਤੁਸੀਂ ਅੱਗੇ ਵੇਖੋਗੇ ਇਹ ਫਾਰਮੂਲਾ ਨੰਬਰ ਸਾਡਾ 44 ਹੈ ਤੇ ਮਾਡਲ ਸੈਂਟੈਂਸ ਇਹ ਥੱਲੇ ਲਿਖਿਆ ਹੈ ਤੇ ਅਸੀਂ ਕਿਹੜੇ ਲਫ਼ਜ਼ ਇਸਤੇਮਾਲ ਕਰਨੇ ਨੇ this that I he she it ਸਿੰਗਲ ਨੇਮ ਤੇ my brother ਯਾਨੀ ਤਾਲੁਕ ਵਾਲਾ ਜਾਂ ਰਿਸ਼ਤੇ ਵਾਲਾ ਅਸੀਂ ਜਿਹੜਾ ਨਾ ਵਰਡ ਇਸਤੇਮਾਲ ਕਰਨਾ ਤੇ ਇਹ ਲਿਖਿਆ is this not a toy ਤੇ ਇਹ ਇਸ ਤੋਂ ਕੀ ਇਹ ਦਿਸ ਅਸੀਂ ਪੜਿਆ ਸੀ ਇਹ ਵਾਸਤੇ ਜਿਹੜੀ ਕੋਈ ਕਰੀਬ ਦੀ ਚੀਜ਼ ਹੈ ਉਹਦੇ ਵਾਸਤੇ ਇਸ ਪਹਿਲੇ ਨਾ ਕੀ ਇਸ ਜਦੋਂ ਅਸੀਂ ਕਹਾਂ ਕੀ ਇਹ ਤੇ ਅਸੀਂ ਕਿਸ ਤਰ੍ਹਾਂ ਬੋਲਾਂਗੇ ਨਹੀਂ is this not a toy ਕੀ ਇਹ ਇੱਕ ਖਿਡੌਣਾ ਨਹੀਂ ਹੈ is this not a toy ਤੇ ਅਗਰ ਇੱਕ ਚੀਜ਼ ਹੈ ਤੇ a ਜਾਂ ਆ ਆਏਗਾ ਅੱਗੇ ਅਸੀਂ ਵਧਨੇ ਆ is this not a pen ਕਿ ਕੀ ਇਹ ਇੱਕ ਪੈਨ ਨਹੀਂ ਹੈ ਅੱਗੇ ਦੇਖੋ is that not a cup ਕੀ ਉਹ ਇੱਕ ਕੱਪ ਨਹੀਂ ਹੈ that ਜਦੋਂ ਹੈਗਾ ਜਿਹੜੀ ਦੂਰ ਚੀਜ਼ ਹੈ ਉਹਦੇ ਬਾਰੇ ਜਿਸ ਦਾ ਮਤਲਬ ਜਿਹੜੀ ਕਰੀਬ ਹੋਵੇ ਲਾਗੇ ਹੋਵੇ ਨੇੜੇ ਹੋਵੇ ਅੱਗੇ am I not good ਕੀ ਮੈਂ ਚੰਗਾ ਨਹੀਂ ਤੇ ਅਸੀਂ ਹੁਣ ਨਾ ਅੱਗੇ ਵਧਨੇ ਆ ਤੇ ਹੋਰ ਅਸੀਂ ਜਿਹੜੇ ਨਾ ਸੈਂਟੈਂਸਸ ਪੜ੍ਹਨੇ ਆ ਇਹ ਦੇਖੋ is he not a boy ਕੀ ਉਹ ਇੱਕ ਮੁੰਡਾ ਨਹੀਂ is she not clever ਕੀ ਉਹ ਕੁੜੀ ਚਲਾਕ ਹੁਸ਼ਿਆਰ ਨਹੀਂ ਅੱਗੇ is Ali not wise ਕੀ ਅਲੀ ਅਕਲਮੰਦ ਨਹੀਂ is my bro not ill ਬ੍ਰਦਰਸ ਨੂੰ ਨਾ ਸ਼ਾਰਟ ਕਰਕੇ ਛੋਟਾ ਕਰਕੇ ਬ్రో ਵੀ ਬੋਲਦੇ ਨੇ ਲੇਕਿਨ ਦੋਸਤਾਂ ਯਾਰਾਂ ਚ ਇਹਨੂੰ ਬੋਲੀਦਾ ਜਦੋਂ ਵੱਡਿਆਂ ਸਾਹਮਣੇ ਬੋਲੀਏ ਤੇ ਫਿਰ ਬ੍ਰਦਰ ਹੀ ਕਹਿਣਾ ਹੈ ਤੇ ਸ਼ਾਰਟ ਫਾਰਮ ਦੇ ਵਿੱਚ ਇਹਨੂੰ ਬ్రో ਵੀ ਕਹਿੰਦੇ ਨੇ ਮੈਂ ਕਿਹਾ ਅਗਰ ਤੁਸੀਂ ਕਿਸੇ ਮੂਵੀ ਚ ਜਾਂ ਫਿਲਮ ਦੇ ਵਿੱਚ ਤੁਸੀਂ ਸੁਣੋ ਬ్రో ਤੇ ਫਿਰ ਤੁਹਾਨੂੰ ਪਤਾ ਹੋਣਾ ਚਾਹੀਏ ਬ੍ਰਦਰਸ ਨੂੰ ਹੀ ਕਹਿੰਦੇ ਨੇ ਠੀਕ ਹੈ ਤੇ is he not a boy is she not clever is Ali not wise is my bro not ill ਤੇ ਇਹ ਫਾਰਮੂਲਾ ਨੰਬਰ 44 ਸੀ ਜਿਹੜਾ ਅਸੀਂ ਇਸ ਵਾਸਤੇ ਕੀਤਾ ਸੀ ਤੇ ਹੁਣ ਅਸੀਂ ਕੀ ਕਰਨ ਲੱਗੇ ਆ ਤੇ ਹੁਣ ਅਸੀਂ ਆਰ ਦੇ ਨਾਲ ਇਸਤੇਮਾਲ ਕਰ ਜਿੱਥੇ ਜਿੱਥੇ is ਸੀ ਉੱਥੇ ਅਸੀਂ ਆਰ ਬੋਲਦੇ ਨੇ ਤੇ this ਜਗ੍ਹਾ ਤੇ these ਬੋਲਣਾ ਯਾਨੀ ਹੁਣ ਅਸੀਂ these those we you they plural names ਤੇ my parents ਇਸ ਤਰ੍ਹਾਂ ਅਸੀਂ plural ਜਿਹੜਾ ਨਾ ਉਹ ਲਿਆਣੇ ਨੇ ਇੱਥੇ ਆਖਰ ਦੇ ਉੱਤੇ ਤੇ ਇਹਨਾਂ ਸਾਰਿਆਂ ਨੂੰ ਅਸੀਂ ਇਸਤੇਮਾਲ ਕਰਾਂ ਲੇਕਿਨ ਇਹ ਫਾਰਮੂਲਾ ਤਾਂ ਪੜ੍ਹ ਲਈਏ are these not toys ਕਿ ਕੀ ਇਹ ਖਿਡੌਣੇ ਨਹੀਂ ਹਨ ਤੇ ਅੱਗੇ ਦੇਖਣਾ are these not toys ਮੈਨੂੰ ਦੁਬਾਰਾ ਇੱਥੇ ਲਿਖ ਦਿੱਤਾ ਹੈ ਕਿ ਕੀ ਇਹ ਖਿਡੌਣੇ ਨਹੀਂ ਹਨ ਤੇ ਅੱਗੇ ਕੀ ਹੈ are those not cups ਕਿ ਕੀ ਉਹ ਕੱਪ ਨਹੀਂ ਹਨ ਜਾਂ ਨਹੀਂ ਹੈ ਅੱਗੇ ਅਸੀਂ ਦੇਖੋ are we not good ਕਿ ਕੀ ਅਸੀਂ ਚੰਗੇ ਨਹੀਂ ਆ ਅਸੀਂ ਯਾਨੀ ਕਿਸੇ ਕੋਲੋਂ ਕੋਈ ਕਿਸੇ ਨੇ ਤੁਹਾਡੇ ਤੇ ਇਤਰਾਜ਼ ਕੀਤਾ ਤੇ ਤੁਸੀਂ ਉਹਨੂੰ ਪੁੱਛਦੇ ਪਿਓ are we not good ਕਿ ਕੀ ਅਸੀਂ ਚੰਗੇ ਨਹੀਂ ਆ ਤੇ ਇਸ ਤਰ੍ਹਾਂ ਅਸੀਂ ਬੋਲਾਂਗੇ ਅੰਗਰੇਜ਼ੀ ਵਿੱਚ ਤੇ ਅੱਗੇ ਹੁਣ ਅਸੀਂ ਕੀ ਕਰਨਾ ਹੈ ਕਿ ਅਸੀਂ ਪ੍ਰੈਕਟਿਸ ਕਰਨੀ ਹੈ ਜਿੰਨੇ ਵੀ ਅਸੀਂ ਪੋਜ਼ਿਟਿਵ ਸੈਂਟੈਂਸਸ ਪੜ੍ਹੇ ਨੇ ਉਹਨਾਂ ਤੁਸੀਂ ਨੈਗੇਟਿਵ ਇੰਟਰੋਗੇਟਿਵ ਸੈਂਟੈਂਸਸ ਦੇ ਵਿੱਚ ਬਦਲਣਾ ਯਾਨੀ ਬੋਲਣਾ ਹੈ ਕੋਈ ਏਡਾ ਔਖਾ ਨਹੀਂ ਮੈਂ ਤੁਹਾਡੇ ਸਾਹਮਣੇ 2-4 ਮਿਸਾਲਾਂ ਕਰਕੇ ਦੱਸ ਦੇਣਾ ਬਾਕੀ ਫਿਰ ਤੁਸੀਂ ਆਪੇ ਹੀ ਕਰਨਾ ਵਰਨਾ ਤੇ ਵੀਡੀਓ ਬਹੁਤ ਲੰਬੀ ਹੋ ਜਾਏਗੀ ਖਤਮ ਹੀ ਨਹੀਂ ਹੋਏਗੀ ਤੇ ਅਸੀਂ ਤੁਹਾਨੂੰ ਜਿਹੜਾ ਨਾ ਉਹ ਆਵਾਜ਼ਾਰ ਤੇ ਨਹੀਂ ਕਰਨਾ ਨਾ ਅਸੀਂ ਤੇ ਤੁਹਾਨੂੰ ਅੰਗਰੇਜ਼ੀ ਸਿਖਾਣੀ ਹੈ ਤੇ ਇਹ ਦੇਖੋ ਆ ਵੀ ਰੈਡੀ ਲਿਖਿਆ ਹੈ ਕਿ ਕੀ ਅਸੀਂ ਤਿਆਰ ਹਾਂ ਆਰ ਦਾ ਸ਼ਾਪ ਕਲੋਜ਼ਡ ਕਿ ਕੀ ਦੁਕਾਨਾਂ ਬੰਦ ਨੇ
ਆਰ ਮਾਈ ਪੇਰੈਂਟਸ ਨੋਬਲ, ਕੀ ਮੇਰੇ ਮਾਂ-ਬਾਪ ਸ਼ਰੀਫ ਨੇ, ਆਰ ਵੀ ਪਾਕਿਸਤਾਨੀ। ਅਸੀਂ ਇਹਨੂੰ ਨੈਗੇਟਿਵ ਇੰਟਰੋਗੇਟਿਵ ਸੈਂਟੈਂਸ 'ਚ ਬਦਲਣਾ ਹੈ ਤੇ ਕੀ ਕਰਾਂਗੇ, ਆਰ ਵੀ ਨਾਟ ਰੈਡੀ, ਆਰ ਦਾ ਸ਼ਾਪਸ ਨਾਟ ਕਲੋਜ਼ਡ, ਆਰ ਮਾਈ ਪੇਰੈਂਟਸ ਨਾਟ ਨੋਬਲ, ਆਰ ਵੀ ਨਾਟ ਪਾਕਿਸਤਾਨੀ। ਤੇ ਅਸੀਂ ਕੀ ਕਰਨਾ ਕਿ ਆਖਰੀ ਵਰਡ ਤੋਂ ਪਹਿਲੇ ਨੋਟ ਅਸੀਂ ਬੋਲ ਦੇਣਾ ਤੇ ਤੁਸੀਂ ਕੀ ਕਰਨਾ, ਜਿੰਨੇ ਵੀ ਪੋਜ਼ਿਟਿਵ ਸੈਂਟੈਂਸਸ ਪੜ੍ਹੇ ਨੇ ਉਹ ਸਾਰਿਆਂ ਨੂੰ ਨੈਗੇਟਿਵ ਇੰਟਰੋਗੇਟਿਵ ਸੈਂਟੈਂਸਸ ਦੇ ਵਿੱਚ ਬਦਲਣਾ ਹੈ ਤੇ ਇਹ ਤੁਸੀਂ ਖੁਦ ਪ੍ਰੈਕਟਿਸ ਕਰਨੀ ਹੈ। ਅਗਰ ਮੈਂ ਹਰ ਚੀਜ਼ ਦੱਸੀ ਜਾਵਾਂਗਾ ਤੇ ਫਿਰ ਉਹਦੇ ਨਾਲ ਕੀ ਹੋਏਗਾ, ਵੀਡੀਓ ਬਹੁਤ ਲੰਬੀ ਹੋ ਜਾਏਗੀ ਤੇ ਸਾਨੂੰ ਤਾਂ ਅੰਗਰੇਜ਼ੀ ਆ ਹੀ ਨਹੀਂ ਸਕਦੀ। ਹੁਣ ਤੁਸੀਂ ਮਿਹਨਤ ਕਰਨੀ ਹੈ, ਬਾਰ-ਬਾਰ ਇਹਨੂੰ ਜਿਹੜਾ ਨਾ ਦੁਹਰਾਉਣਾ ਹੈ। ਤੇ ਅੱਗੇ ਅਸੀਂ ਵਧਨੇ ਹਾਂ। ਹੁਣ ਅਸੀਂ ਕੀ ਪੜਾਂਗੇ, ਐਵਰੀਡੇ ਸੈਂਟੈਂਸਸ ਐਪੀਸੋਡ ਨੰਬਰ 4, ਐਵਰੀਡੇ ਸੈਂਟੈਂਸਸ ਐਪੀਸੋਡ ਨੰਬਰ 4। ਤੁਹਾਨੂੰ ਪਤਾ ਹੈ ਕਿ ਅਸੀਂ ਹਰ ਲੈਕਚਰ ਦੇ ਆਖਰ ਦੇ ਉੱਤੇ ਉਹ ਸੈਂਟੈਂਸਸ ਜਾਂ ਉਹ ਜੁਮਲੇ ਜਾਂ ਉਹ ਫਿਕਰੇ ਪੜ੍ਹਨੇ ਆ ਜਿਹੜੇ ਅਸੀਂ ਆਮ ਜ਼ਿੰਦਗੀ ਦੇ ਵਿੱਚ ਬੋਲਨੇ ਆ। ਤੇ ਅੱਜ ਉਹਦੀ ਚੌਥੀ ਕਿਸ਼ਤ ਤੇ ਜ਼ਰਾ ਦੇਖਨੇ ਆ ਕਿ ਕਿਹੜੇ ਨੇ ਉਹ ਸੈਂਟੈਂਸਸ। ਇਹਨਾਂ ਨੂੰ ਤੁਸੀਂ ਯਾਦ ਕਰ ਲੈਣਾ ਹੈ। ਯਾਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ, ਕੋਈ ਜਿਹੜਾ ਨਾ ਹੋਰ ਕੋਈ ਵਸੀਲਾ ਨਹੀਂ। ਤੁਸੀਂ ਯਾਦ ਕਰੋਗੇ ਤੇ ਤੁਹਾਨੂੰ ਅੰਗਰੇਜ਼ੀ ਆਏਗੀ। ਪਹਿਲਾਂ ਦੇਖਨੇ ਆ ਪੈਕ ਮਾਈ ਲਗੇਜ। ਉਹ ਵਾਲਾ ਸਮਾਨ ਜਿਹੜਾ ਬਹੁਤ ਜ਼ਿਆਦਾ ਹੋਵੇ, ਜਿਹੜਾ ਕੋਈ ਰੇਹੜੀਆਂ ਤੇ, ਟਾਂਗੀਆਂ ਤੇ, ਵੈਗਨਾਂ ਤੇ ਜਾਂ ਬੱਸ ਤੇ ਲੱਦ ਕੇ ਲੈ ਕੇ ਜਾਈਏ ਜਾਂ ਟਰੱਕ ਤੇ, ਉਹਨੂੰ ਲਗੇਜ ਕਹਿੰਦੇ ਨੇ। ਤੇ ਜਿਹੜਾ ਕੋਈ ਛੋਟਾ ਸਮਾਨ ਹੋਵੇ, ਜਿਹੜਾ ਥੋੜਾ ਜਿਹਾ ਸਮੇਟ ਲਈਏ, ਉਹਨੂੰ ਬੈਗੇਜ ਕਹਿੰਦੇ ਨੇ। ਤੇ ਲਗੇਜ ਬਹੁਤਾ ਸਮਾਨ ਹੁੰਦਾ ਤੇ ਇਹ ਲਿਖਿਆ ਪੈਕ ਮਾਈ ਲਗੇਜ, ਕਿ ਮੇਰਾ ਜਿਹੜਾ ਸਮਾਨ ਹੈ ਉਹਨੂੰ ਬੰਨ੍ਹ ਦਿਓ। ਤੁਸੀਂ ਕਿਤੇ ਜਾ ਰਹੇ ਹੋ, ਲੈ ਕੇ ਜਾਣਾ ਹੈ ਤੇ ਕਿਸੇ ਬੰਦੇ ਨੂੰ ਤੁਸੀਂ ਕਹਿ ਰਹੇ ਕਿ ਮੇਰਾ ਸਮਾਨ ਬੰਨ੍ਹ ਦੇ ਬਈ, ਤੇ ਤੁਸੀਂ ਕੀ ਕਹੋਗੇ, ਪੈਕ ਮਾਈ ਲਗੇਜ। ਤੇ ਅਗਰ ਕਿਸੇ ਜਗ੍ਹਾ ਤੇ ਜਾ ਕੇ ਫਿਰ ਉਹਨੂੰ ਖੋਲਣਾ ਤੇ ਫਿਰ ਕੀ ਕਹਾਂਗੇ, ਅਨਪੈਕ ਮਾਈ ਲਗੇਜ। ਅਨਪੈਕ ਦਾ ਮਤਲਬ ਹੈ ਖੋਲ ਦੇ, ਮਾਈ ਲਗੇਜ ਕਿ ਮੇਰਾ ਸਮਾਨ, ਕਿ ਮੇਰਾ ਸਮਾਨ ਖੋਲ ਦਿਓ ਜਾਂ ਖੋਲ ਦੇ। ਅੱਗੇ ਕੀ ਹੈ, ਬਲੋ ਆਊਟ। ਬਲੋ ਦਾ ਮਤਲਬ ਹੁੰਦਾ ਹੈ ਫੂਕ ਮਾਰ ਕੇ ਬੁਝਾਉਣਾ, ਕਿ ਬਲੋ ਆਊਟ ਕਹਿਣਾ ਤੁਸੀਂ, ਆਊਟ ਨਹੀਂ ਕਹਿਣਾ। ਬਲੋ ਆਊਟ ਦਾ ਕੈਂਡਲ, ਕੈਂਡਲ ਮੋਮਬੱਤੀ ਨੂੰ ਕਹਿੰਦੇ ਨੇ। ਤੇ ਇਹਦਾ ਕੀ ਮਤਲਬ ਹੋਏਗਾ, ਬਲੋ ਆਊਟ ਦਾ ਕੈਂਡਲ, ਕਿ ਮੋਮਬੱਤੀ ਫੂਕ ਮਾਰ ਕੇ ਬੁਝਾ ਦੇ। ਜ਼ਾਹਰ ਕਿਤੇ ਸਾਲਗਿਰਾ ਦੇ ਮੌਕੇ ਤੇ ਜਾਂ ਵੈਸੇ ਹੀ ਬੱਤੀ ਗਈ ਹੈ ਤੇ ਤੁਸੀਂ ਮੋਮਬੱਤੀ ਬਾਲੀ ਹੈ ਤੇ ਹੁਣ ਬੱਤੀ ਆ ਗਈ ਹੈ, ਜਾਂ ਤੁਸੀਂ ਸਾਲਗਿਰਾ ਕਰ ਰਹੇ ਹੋ ਤੇ ਤੁਸੀਂ ਜਿਹਦੀ ਸਾਲਗਿਰਾ ਕਰ ਰਹੇ ਹੋ ਉਹਦਾ ਜਨਮ ਦਿਨ ਹੈ ਤੇ ਤੁਸੀਂ, ਜਾਂ ਬਰਥਡੇ, ਤੇ ਉਹ ਤੁਸੀਂ ਉਹਨੂੰ ਕਹਿ ਰਹੇ ਕਿ ਹੁਣ ਤੂੰ ਨਾ ਫੂਕ ਮਾਰ ਕੇ ਨਾ ਮੋਮਬੱਤੀ ਬੁਝਾ ਦੇ, ਤੇ ਤੁਸੀਂ ਕਿਸ ਤਰ੍ਹਾਂ ਕਹੋਗੇ, ਬਲੋ ਆਊਟ ਦਾ ਕੈਂਡਲ। ਤੇ ਜ਼ਰਾ ਜ਼ਿਆਦਾ ਤੁਸੀਂ ਬਿਹਤਰ ਬੋਲਣਾ ਤੇ ਪਲੀਜ਼ ਵੀ ਲਾ ਸਕਦੇ ਹੋ ਅੱਗੇ ਤੁਸੀਂ ਮੈਜਿਕ ਵਰਡ। ਅੱਗੇ ਕੀ ਹੈ, ਟਰੈਵਲ ਲਾਈਟ। ਲਾਈਟ ਦਾ ਮਤਲਬ ਰੋਸ਼ਨੀ ਵੀ ਹੁੰਦਾ ਤੇ ਲਾਈਟ ਦਾ ਮਤਲਬ ਹਲਕਾ ਵੀ ਹੁੰਦਾ ਹੈ, ਲਾਈਟ ਜਾਂ ਹੈਵੀ। ਟਰੈਵਲ ਲਾਈਟ ਦਾ ਮਤਲਬ ਹੈ ਕਿ ਤੁਸੀਂ ਘੱਟ ਤੋਂ ਘੱਟ ਸਮਾਨ ਦੇ ਨਾਲ ਸਫ਼ਰ ਕਰੋ, ਬਹੁਤ ਜਿਹੜਾ ਨਾ ਫਾਇਦਾ ਰਹਿੰਦਾ ਹੈ। ਟਰੈਵਲ ਲਾਈਟ ਦਾ ਮਤਲਬ ਹੈ ਘੱਟ ਸਾਜ਼ੋ ਸਮਾਨ ਦੇ ਨਾਲ ਸਫ਼ਰ ਕਰੋ। ਤੇ ਅੱਗੇ ਕੀ ਹੈ, ਹਾਇਰ ਅ ਟੈਕਸੀ। ਹਾਇਰ ਦਾ ਮਤਲਬ ਹੁੰਦਾ ਕਿਰਾਏ ਤੇ ਲੈਣਾ। ਅ ਟੈਕਸੀ ਯਾਨੀ ਇੱਕ ਟੈਕਸੀ ਕਿਰਾਏ ਤੇ ਲੈ ਲਓ। ਜੇ ਅਗਰ ਕਹਿਣਾ ਹੋਵੇ ਕਿਸੇ ਨੂੰ ਕਿ ਇੱਕ ਟੈਕਸੀ ਕਿਰਾਏ ਤੇ ਲੈ ਲਓ ਤੇ ਕਵਾਂਗੇ ਹਾਇਰ ਅ ਟੈਕਸੀ। ਤੇ ਮੈਂ ਫਿਰ ਇੱਕ ਵਾਰੀ ਪੜ੍ਹ ਦੇਣਾ, ਪੈਕ ਮਾਈ ਲਗੇਜ, ਅਨਪੈਕ ਮਾਈ ਲਗੇਜ, ਬਲੋ ਆਊਟ ਦਾ ਕੈਂਡਲ, ਟਰੈਵਲ ਲਾਈਟ, ਹਾਇਰ ਅ ਟੈਕਸੀ। ਹੁਣ ਅਸੀਂ ਇਹ ਜਿੰਨੇ ਵੀ ਸੈਂਟੈਂਸਸ ਪੜ੍ਹ ਰਹੇ ਹਾਂ ਉਹਨਾਂ ਦੀ ਤਾਦਾਦ ਅੱਜ ਤੱਕ 20 ਹੋ ਗਈ ਹੈ, ਕਿਉਂਕਿ ਅਸੀਂ ਹਰ ਰੋਜ਼ 5 ਪੜ੍ਹਨੇ ਪਏ ਹਾਂ ਤੇ ਫਿਰ ਇਹ ਚੌਥੀ ਕਿਸ਼ਤ ਤੇ ਇਹ 20 ਹੋ ਗਏ ਨੇ ਤੇ ਤੁਸੀਂ ਪਿਛਲਿਆਂ ਨੂੰ ਵੀ ਦੁਹਰਾਉਂਦੇ ਰਹਿਣਾ। ਤੇ ਅੱਗੇ ਹੁਣ ਅਸੀਂ ਹਰ ਲੈਸਨ ਦੇ ਐਂਡ ਤੇ ਕੀ ਪੜ੍ਹਨੇ ਹੁੰਦੇ ਆ, ਅਸੀਂ ਦੀ ਸੈਂਟੈਂਸ ਆਫ ਦਾ ਡੇ, ਕਿ ਅੱਜ ਦਾ ਸੈਂਟੈਂਸ ਕੀ ਹੈ ਜਾਂ ਅੱਜ ਦਾ ਜੁਮਲਾ ਜਾਂ ਫਿਕਰਾ ਕੀ ਹੈ। ਤੇ ਇਹ ਲਿਖਿਆ ਹੈ, ਲੰਚ ਇਜ਼ ਔਨ ਮੀ ਟੂਡੇ। ਲੰਚ ਕਹਿੰਦੇ ਨੇ ਦੁਪਹਿਰ ਦੇ ਖਾਣੇ ਨੂੰ, ਕਿ ਯਾਨੀ ਦੁਪਹਿਰ ਦੇ ਵਕਤ ਜਿਹੜਾ ਖਾਣਾ ਖਾਈਦਾ ਉਹਨੂੰ ਲੰਚ ਕਹੀਦਾ। ਸ਼ਾਮ ਦੇ ਨੂੰ ਖਾਣੇ ਨੂੰ ਅਸੀਂ ਡਿਨਰ ਕਹਿੰਦੇ ਤੇ ਸਵੇਰ ਨੂੰ ਅਸੀਂ ਜੋ ਵੀ ਖਾਣੇ ਉਹਨੂੰ ਕਹਿੰਦਾ ਬ੍ਰੈਕਫਾਸਟ। ਬ੍ਰੇਕਫਾਸਟ ਨਹੀਂ ਤੁਸੀਂ ਕਹਿਣਾ, ਅਸੀਂ ਇਹ ਬਹੁਤ ਪਹਿਲੇ ਸਿੱਖ ਕੇ ਆਏ ਹਾਂ ਤੇ ਪੜ੍ਹ ਕੇ ਵੀ ਆਏ ਹਾਂ ਚੰਗੀ ਤਰ੍ਹਾਂ। ਤੇ ਲੰਚ ਇਜ਼ ਔਨ ਮੀ ਦਾ ਮਤਲਬ ਹੈ ਕਿ ਅੱਜ ਦੁਪਹਿਰ ਦਾ ਖਾਣਾ ਮੇਰੇ ਤੇ ਹੈ। ਇਹਦਾ ਕੀ ਮਤਲਬ ਹੈ, ਕਿ ਇਹਦਾ ਮਤਲਬ ਹੈ ਕਿ ਅੱਜ ਦੁਪਹਿਰ ਦੇ ਖਾਣੇ ਦੇ ਪੈਸੇ ਮੈਂ ਦੇਵਾਂਗਾ। ਲੇਕਿਨ ਅੱਜ ਜਦੋਂ ਤੁਸੀਂ ਦੋਸਤਾਂ ਯਾਰਾਂ 'ਚ ਜਾਂ ਉਹ ਲੋਕ ਜਿਹਨਾਂ ਨਾਲ ਤੁਹਾਡੀ ਬੜੀ ਯਾਰੀ ਦੋਸਤੀ ਖੁੱਲਮ ਖੁੱਲਾ ਤੁਸੀਂ ਉਹਨਾਂ ਨਾਲ ਬੋਲਚਾਲ ਕਰਦੇ ਹੋ ਤੇ ਫਰੈਂਕਨੈਸ ਬੜੀ ਹੈ, ਉਹਨਾਂ ਦੇ ਵਿੱਚ ਤੁਸੀਂ ਬੋਲਣਾ ਹੈ। ਤੇ ਲੇਕਿਨ ਅਗਰ ਵੱਡੇ ਬੈਠੇ ਨੇ ਜਾਂ ਕੋਈ ਤੁਹਾਡੇ ਐਸੇ ਮਹਿਮਾਨ ਨੇ ਤੇ ਉਹਨਾਂ ਦੇ ਬਾਰੇ ਤੁਸੀਂ ਕਹਿਣਾ ਆਈ ਵਿਲ ਪੇ ਦ ਬਿੱਲ ਆਫ ਲੰਚ। ਤੇ ਲੇਕਿਨ ਦੋਸਤਾਂ ਯਾਰਾਂ ਤੁਸੀਂ ਕਹਿ ਸਕਦੇ ਹੋ ਤੇ ਲੰਚ ਇਜ਼ ਔਨ ਮੀ ਟੂਡੇ। ਲੰਚ ਬੋਲ ਸਕਦੇ ਹੋ, ਡਿਨਰ ਬੋਲ ਸਕਦੇ ਹੋ, ਬ੍ਰੈਕਫਾਸਟ ਬੋਲ ਸਕਦੇ ਕਿ ਅੱਜ ਲੰਚ ਮੇਰੇ ਤੇ। ਇਹ ਬੜੀ ਬੇਤਕਲਫਾਨਾ ਗੁਫ਼ਤਗੂ ਹੈ ਕਿ ਜਿਹਦੇ ਵਿੱਚ ਜਿਹੜੀ ਨਾ ਦੋਸਤੀ ਯਾਰੀ ਝਲਕਦੀ ਹੈ। ਤੇ ਫਿਰ ਮੈਂ ਇੱਕ ਵਾਰੀ ਪੜ੍ਹ ਦੇਣਾ, ਲੰਚ ਇਜ਼ ਔਨ ਮੀ ਟੂਡੇ।
ਤੇ ਅੱਜ ਦੇ ਲੈਕਚਰ ਨੂੰ ਅਸੀਂ ਇੱਥੇ ਹੀ ਖਤਮ ਕਰਨੇ ਆ। ਤੁਹਾਡੇ ਨਾਲ ਅਗਲੇ ਲੈਕਚਰ 'ਚ ਦੁਬਾਰਾ ਮੁਲਾਕਾਤ ਹੋਏਗੀ ਤੇ ਮੇਰੀ ਤਰਫੋਂ ਤੁਹਾਨੂੰ ਅੱਲਾ ਹਾਫਿਜ਼, ਰੱਬ ਰਾਖਾ ਤੇ ਗੁੱਡ ਬਾਏ। ਮੈਨੂੰ ਉਮੀਦ ਹੈ ਕਿ ਤੁਹਾਨੂੰ ਲੈਕਚਰ ਸਮਝ 'ਚ ਆਇਆ ਹੋਵੇਗਾ, ਔਰ ਅਗਰ ਤੁਹਾਨੂੰ ਪਸੰਦ ਆਇਆ ਹੈ ਤੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸ਼ੁਕਰੀਆ।